ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਮੈਂ ਮਾਜ਼ਰਤ ਚਾਹੁੰਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਾਤੀ ਮਸਰੂਫੀਅਤ ਦੀ ਵਜ੍ਹਾ ਤੋਂ ਮੈਂ ਤੁਹਾਡੇ ਸਾਹਮਣੇ ਕਲਾਮ ਪੀਰ ਵਾਰਿਸ ਸ਼ਾਹ ਪੇਸ਼ ਨਹੀਂ ਕਰ ਸਕਿਆ। ਸੱਜਣੋਂ, ਪਿਛਲੀ ਕਿਸ਼ਤ ਵਿੱਚ ਅਸੀਂ ਉੱਥੇ ਪੜ੍ਹਿਆ ਸੀ ਕਿ ਜਿੱਥੇ ਰਾਂਝਾ ਅਤੇ ਹੀਰ ਆਪਸ 'ਚ ਪਹਿਲੀ ਵਾਰੀ ਮਿਲੇ ਨੇ ਦਰਿਆ ਦੇ ਕਿਨਾਰੇ 'ਤੇ, ਹੀਰ ਦੇ ਪਲੰਗ 'ਤੇ ਜਿੱਥੇ ਰਾਂਝਾ ਸੁੱਤਾ ਹੀ ਉੱਥੇ ਹੀਰ ਆਈ ਏ, ਉਹਨਾਂ ਦੀ ਆਪਸ 'ਚ ਮੁਲਾਕਾਤ ਹੋਈ ਏ, ਪਹਿਲੇ ਝਗੜਾ ਵੀ ਹੋਇਆ ਹੈ, ਫਿਰ ਉਹ ਇੱਕ ਦੂਜੀ ਨਾਲ ਮਿਲ ਗਏ। ਸੱਜਣੋਂ, ਇਹ ਗੱਲ ਹੋ ਰਹੀ ਏ ਰਾਂਝੇ ਦੇ ਪਰਦੇ ਵਿੱਚ ਹਜ਼ਰਤ ਆਦਮ ਦੀ, ਯਾਨੀ ਪੂਰੀ ਆਦਮੀਅਤ ਦੀ, ਪੂਰੇ ਇਨਸਾਨਾਂ ਦੀ, ਹਰ ਇਨਸਾਨ ਦੀ ਇਹ ਗੱਲ ਹੋ ਰਹੀ ਏ। ਅਤੇ ਹੁਣ ਉਸ ਇਨਸਾਨ ਨੂੰ ਉਹਦੀ ਰੂਹ ਆ ਕੇ ਮਿਲ ਗਈ ਏ। ਇੱਥੋਂ ਜਿਹੜੀ ਗੱਲ ਦਾ ਅੱਗੋਂ ਹੁਣ ਮੁੱਢ ਪਿਆ ਵੱਜਦਾ ਹੈ, ਜਿੱਥੇ ਹੀਰ ਉਸ ਨੂੰ ਆਪਣੇ ਘਰ ਲਿਜਾਣਾ ਚਾਹੁੰਦੀ ਏ, ਆਪਣੇ ਪਿਓ ਕੋਲ ਕਾਮਾ ਰਖਵਾਉਣਾ ਚਾਹੁੰਦੀ ਏ। ਇੱਥੇ ਗੱਲ ਹੁਣ ਬਦਲ ਕੇ ਆਮ ਇਨਸਾਨਾਂ ਤੋਂ ਹਟ ਕੇ ਇੱਕ ਖਾਸ ਇਨਸਾਨ ਵਾਲੇ ਪਾਸੇ ਜਾ ਰਹੀ ਏ, ਜਿਹੜਾ ਇਨਸਾਨ ਇਸ ਕਾਇਨਾਤ ਦੇ ਹਰ ਇਨਸਾਨ ਤੋਂ ਅਫਜ਼ਲ ਹੈ, ਜਿਹੜਾ ਦੋਵਾਂ ਜਹਾਨਾਂ ਤੋਂ ਅਫਜ਼ਲ ਇਨਸਾਨ ਹੈ। ਹੌਲੀ ਹੌਲੀ ਗੱਲ ਉਸ ਹਸਤੀ ਵੱਲ ਜਾਣੀ ਹੈ। ਇਹ ਸਾਰੀਆਂ ਗੱਲਾਂ ਰਮਜ਼ ਵਿੱਚ ਨੇ, ਪਰਦੇ ਵਿੱਚ ਨੇ, ਰੈਤਲ ਨੂੰ ਨਾਲ ਰਲਾ ਕੇ, ਵਸੇਬ ਦੇ ਰੰਗਾਂ ਨਾਲ ਰਲਾ ਕੇ, ਅਤੇ ਇੱਕ ਬਹੁਤ ਵੱਡੀ ਗੱਲ ਹੈ, ਇੱਕ ਬਹੁਤ ਵੱਡਾ ਪੈਗਾਮ ਹੈ ਜਿਹੜਾ ਲੋਕਾਂ ਤੱਕ ਜਾ ਰਿਹਾ ਹੈ। ਮੈਂ ਇਹ ਦੁਆ ਕਰਦਾ ਕਿ ਅੱਲਾਹ ਪਾਕ ਮੈਨੂੰ ਇਹ ਤੌਫੀਕ ਦਿੱਤੀ ਰੱਖੇ ਕਿ ਮੈਂ ਪੀਰ ਵਾਰਿਸ ਸ਼ਾਹ ਦਾ ਪੂਰਾ ਜਿਹੜਾ ਥਾਟ ਹੈ, ਉਹਨਾਂ ਦੀ ਜਿਹੜੀ ਫਿਕਰ ਹੈ, ਉਹ ਲੋਕਾਂ ਤੱਕ ਪਹੁੰਚਾਵਾਂ। ਮੈਂ ਆਪਣੇ ਸੁਣਨ ਵਾਲਿਆਂ ਦਾ ਵੀ ਬੜਾ ਮਸ਼ਕੂਰ ਹਾਂ, ਜਿਨ੍ਹਾਂ ਮੇਰੇ ਨਾਲ ਮੁਹੱਬਤ ਕੀਤੀ, ਮੇਰੀ ਹੌਸਲਾ ਅਫਜ਼ਾਈ ਕੀਤੀ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਇਹ ਸਿਲਸਿਲਾ ਜਾਰੀ ਰਾਸੀ। ਹੁਣ ਗੱਲ ਇੰਝ ਹੈ ਕਿ ਹੀਰ ਅਤੇ ਰਾਂਝੇ ਦੀ ਆਪਸ 'ਚ ਕੌਲ ਇਕਰਾਰ ਹੋ ਗਏ ਨੇ, ਗੱਲਾਂ ਬਾਤਾਂ ਹੋ ਗਈਆਂ ਨੇ, ਇੱਕ ਦੂਜੀ ਨਾਲ ਉਹਨਾਂ ਤਾਲੁਕ ਕਾਇਮ ਕਰ ਲਿਆ ਹੈ। ਅਤੇ ਹੀਰ ਉਸ ਨੂੰ ਆਖਿਆ ਵੀ ਮੇਰੇ ਕੋਲ ਇੱਕ ਢੰਗ ਹੈ, ਮੈਂ ਉਹ ਲਾਉਂਦੀ ਹਾਂ ਕਿ ਅਸੀਂ ਰੋਜ਼ ਮਿਲਦੇ ਰਹੀਏ, ਕਿ ਤੂੰ ਮੇਰੇ ਪਿਓ ਦਾ ਨੌਕਰ ਬਣ ਜਾ, ਕਾਮਾ ਬਣ ਜਾ। ਉਹ ਰਾਂਝਾ ਮੰਨ ਗਿਆ, ਹੋ ਸਕਿਆ ਠੀਕ ਹੈ, ਮੈਨੂੰ ਤੇਰਾ ਦੀਦਾਰ ਚਾਹੀਦਾ ਹੈ, ਤੂੰ ਜੋ ਆਖ, ਮੇਰੀ ਜਾਨ ਹੁਣ ਤੇਰੇ ਹਵਾਲੇ ਹੈ, ਜਿਵੇਂ ਮਰਜ਼ੀ ਮੈਂ ਉਵੇਂ ਹਾਜ਼ਰ ਹਾਂ। ਉਹ ਲੈ ਕੇ ਉਸ ਨੂੰ ਆਪਣੇ ਪਿਓ ਕੋਲ ਗਈ ਹੈ। ਹੀਰ ਜਾਈ ਕੇ ਅੱਖ ਦੀ ਬਾਬਲਾ ਵੇ, ਤੇਰੇ ਨਾਮ ਤੋਂ ਘੋਲ ਘੁਮਾਈਆਂ ਮੈਂ। ਹੀਰ ਆਪਣੇ ਪਿਓ ਨਾਲ ਦੀ ਕਿ ਮੈਂ ਤੇਰੇ ਨਾਂ ਤੋਂ ਕੁਰਬਾਨ ਹਾਂ, ਜਿਸ ਆਪਣੇ ਰਾਜ ਦੇ ਹੁਕਮ ਅੰਦਰ ਸਾਂਦਲਬਾਰ ਦੇ ਵਿੱਚ ਖਿਡਾਈਆਂ ਮੈਂ। ਸਾਂਦਲਬਾਰ ਇਹ ਉਹੀ ਪੰਜਾਬ ਦਾ ਜਿਹੜੀਆਂ ਬਾਰਾਂ ਨੇ ਉਹਨਾਂ ਵਿੱਚੋਂ ਇਹ ਸਾਂਦਲਬਾਰ, ਜਿਹਦੇ ਵਿੱਚ ਜੰਗ ਦਾ ਇਲਾਕਾ ਹੁੰਦਾ ਹੈ, ਕਿ ਉਹ ਆਦੀ ਹੈ ਕਿ ਜਿਸ ਆਪਣੀ ਬਾਦਸ਼ਾਹੀ ਵਿੱਚ, ਆਪਣੇ ਰਾਜ ਵਿੱਚ ਮੈਨ ਖਿਡਾਇਆ ਹੈ। ਲਾਸਾਂ ਪੱਟਦੀਆਂ ਪਾਈ ਕੇ ਬਾਗ ਕਾਲੇ, ਲਾਸਾਂ ਪੱਟਦੀਆਂ ਪਾਈ ਕੇ ਬਾਗ ਕਾਲੇ, ਪੀਂਘਾਂ ਸ਼ੌਕ ਦੇ ਨਾਲ ਪਿੰਘਾਈਆਂ ਮੈਂ। ਲਾਸਾਂ ਪੱਟਦੀਆਂ, ਲਾਸਾਂ ਰੱਸੀਆਂ, ਪੱਟ ਰੇਸ਼ਮ, ਯਾਨੀ ਕਾਲੇ ਬਾਗ ਦੇ ਵਿੱਚ ਰੇਸ਼ਮ ਦੀਆਂ ਰੱਸੀਆਂ ਨਾਲ ਪੀਂਘਾਂ ਪਾ ਕੇ ਤੇ ਮੈਨੂੰ ਝੂਟੇ ਦਿੱਤੇ, ਮੈਨੂੰ ਪੀਂਘਾਂ ਝੁਟਾਈਆਂ। ਜੇ ਤਾਂ ਨਾਜ਼ ਦੇ ਨਾਲ ਮੈਂ ਨੀਂਦ ਕੀਤੀ ਤਾਂ ਵੀ ਕਿਸੇ ਨਾ ਮੂਲ ਜਗਾਈਆਂ ਵੇ। ਬਈ ਜੇ ਮੈਂ ਨਖਰਿਆਂ ਨਾਲ ਸੁੱਤੀ ਰਹੀ, ਨਾਜ਼ਾਂ ਨਾਲ ਸੁੱਤੀ ਰਹੀ, ਤੇ ਮੈਂ ਅੱਜ ਤੱਕ ਕਿਸੇ ਸੁੱਤੀ ਪਈ ਨੂੰ ਹੱਥ ਵੀ ਨਹੀਂ ਲਾਇਆ, ਜਗਾਇਆ ਵੀ ਨਹੀਂ ਹੈ। ਮਤਲਬ ਇਹ ਹੈ ਕਿ ਮੈਂ ਇਤਨੀ ਸੌਖੀ ਰਹੀ ਹਾਂ, ਇਤਨੀ ਸੋਹਣੀ ਜ਼ਿੰਦਗੀ ਮੈਂ ਗੁਜ਼ਾਰੀ ਹੈ ਤੇਰੇ ਘਰ ਵਿੱਚ। ਇਹ ਹੀਰ ਵੀ ਕਿਸੇ ਹੋਰ ਜਹਾਨ ਦੀ ਸ਼ੈ ਹੈ, ਕਿਉਂਕਿ ਇਹ ਰੂਹ ਹੈ, ਅਤੇ ਰੂਹ ਤੁਹਾਨੂੰ ਪਤਾ ਹੈ ਕਿੱਥੋਂ ਆਈ ਹੈ। ਜਿੱਥੇ ਆਈ, ਜਿੱਥੇ ਇਹ ਆਈ, ਜਿਹਦੇ ਵਿੱਚ ਇਹ ਆਈ, ਇਹ ਇੰਝ ਹੀ ਆਈ, ਇਹ ਨਖਰਿਆਂ ਵਾਲੀ ਆਈ, ਇਹ ਬੜੀ ਆਲਾ ਆਈ, ਇਸ ਤੋਂ ਵੱਧ ਕੋਈ ਸ਼ੈ ਨਹੀਂ। ਅਤੇ ਹੁਣ ਇਹ ਚੂੰਕਿ ਜਿਸਮ ਨਾਲ ਮਿਲ ਰਹੀ ਹੈ, ਇੱਥੇ ਹੁਣ ਕਹਾਣੀ ਬਦਲਦੀ ਜਾਣੀ ਹੈ। ਰੂਹ ਨੂੰ ਵੀ ਕੁਝ ਝੱਲਣਾ ਪਾਉਣਾ ਹੈ ਅਤੇ ਜਿਸਮ ਤਾਂ ਝੱਲਣਾ ਹੀ ਝੱਲਣਾ ਹੈ। ਮੇਰੀ ਜਾਨ ਬਾਬਲ ਜਿਵੇਂ ਧੌਲ ਰਾਜਾ, ਮੇਰੀ ਜਾਨ ਬਾਬਲ ਜਿਵੇਂ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ। ਧੌਲ ਰਾਜਾ ਇਹ ਵੀ ਇੱਕ ਮਿੱਥ ਹੈ, ਕਦੀਮ ਜ਼ਮਾਨੇ ਤੋਂ ਮਿੱਥ ਚਲਦੀ ਆ ਰਹੀ ਹੈ ਕਿ ਇੱਕ ਧੌਲ ਹੈ ਜਿਸ ਨੇ ਇਸ ਪੂਰੀ ਦੁਨੀਆ ਨੂੰ ਆਪਣੇ ਸਿਰ 'ਤੇ ਚਾਹ ਕੇ ਰੱਖਿਆ ਹੈ, ਅਤੇ ਇੱਕ ਬਾਸ਼ਕ ਨਾਗ ਹੈ ਜਿਸ ਇਸ ਕਾਇਨਾਤ ਦੇ ਚਾਰ ਚੁਫੇਰੇ ਕੁੰਡਲ ਮਾਰੇ ਹੈ, ਇਸ ਨੂੰ ਕਾਬੂ ਕੀਤਾ ਹੈ। ਅਤੇ ਸੱਜਣੋਂ, ਜਿਵੇਂ ਬਾਕੀ ਗੱਲਾਂ ਇਸਤਾਰੇ ਨੇ, ਇਹ ਵੀ ਇਸਤਾਰਾ ਹੈ
ਕਿ ਦੌੜ ਤੋਂ ਮੁਰਾਦ ਇਹ ਕਿ ਪੂਰੀ ਕਾਇਨਾਤ ਦਾ ਸਹਾਰਾ, ਪੂਰੀ ਦੁਨੀਆ ਨੂੰ ਥੰਮਣ ਵਾਲਾ, ਪੂਰੀ ਦੁਨੀਆ ਨੂੰ ਸੰਭਾਲਣ ਵਾਲਾ, ਯਾਨੀ ਇੱਕ ਬਹੁਤ ਵੱਡੇ ਸਹਾਰੇ ਨੂੰ ਦੌੜ ਦਾ ਨਾਂ ਦਿੱਤਾ ਜਾਂਦਾ ਹੈ ਕਿ ਉਹ ਆਦੀਏ ਕਿ ਮੇਰਾ ਪਿਓ ਇੰਝ ਜਿਵੇਂ ਦੌੜ ਰਾਜਾ ਇਸ ਪੂਰੀ ਕਾਇਨਾਤ ਨੂੰ ਸਹਾਰਾ ਦੇਣ ਵਾਲਾ ਹੈ ਤੇ ਮੈਂ ਤੇਰੇ ਤੋਂ ਕੁਰਬਾਨ ਹਾਂ। ਮੈਂ ਮਾਹੀ ਮਹੀਂ ਦਾ ਢੂੰਡ ਲਿਆਈਆਂ, ਮੈਂ ਮਹੀਂ ਮੱਝਾਂ ਨੂੰ ਆਖਦੇ ਨੇ ਤੇ ਮਾਈ ਜਿਹੜਾ ਹੁੰਦਾ ਹੈ ਉਹ ਮਾਹੀਵਾਲ, ਉਹ ਚਰਵਾਲ ਹੁੰਦਾ ਹੈ, ਛੇੜੂ, ਮੱਝਾਂ ਦਾ ਛੇੜੂ, ਕਿ ਆਪਣੇ ਵਾਲਦ ਨੂੰ ਆਦੀ ਪਈ ਹੈ ਕਿ ਮੈਂ ਤੇਰੀਆਂ ਮੱਝਾਂ ਵਾਸਤੇ ਕਾਮਾਂ ਢੂੰਡ ਕੇ ਲਿਆਈਆਂ। ਇਹ ਗੱਲ ਵੀ ਜ਼ਰੂਰ ਜ਼ਿਹਨ ਨਸ਼ੀਨ ਰੱਖਿਆ ਹੈ ਕਿ ਮੱਝੀ ਜਿਹੜੀਆਂ ਨੇ, ਇਹ ਵਾਰਿਸ ਸ਼ਾਹ ਲਿਖਦੇ ਨੇ ਕਿ ਮਜ਼ਦੂਰੀ ਸਿਆਲਾਂ ਦੀਆਂ ਮੱਝੀਆਂ ਨਹੀਂ, ਕਿ ਜਹਾਨ ਦੇ ਉੱਤੇ ਜਿਹੜੀ ਤੂੰ ਮਜ਼ਦੂਰੀ ਕਰਦਾ ਇਨਸਾਨ, ਜੋ ਕੁਝ ਵੀ ਕਰਦਾ, ਇਹ ਦਰਅਸਲ ਸਿਆਲਾਂ ਦੀਆਂ ਮੱਝੀਆਂ ਨੇ। ਤੇ ਚੂਚਕ ਕੌਣ ਹੈ? ਚੂਚਕ ਮਲਕੀ ਨੇ, ਫਿਕਾ ਅਸੂਲ ਦੋਵੇਂ। ਇੱਥੇ ਹੁਣ ਤੁਸੀਂ ਇਸ ਦਾ ਜਿਹੜਾ ਇਮਤਜ਼ਾਜ ਹੈ ਇਸ ਕਿੱਸੇ ਦਾ, ਕਹਾਣੀ ਦਾ ਜਿਹੜਾ ਰੰਗ ਪਿਆ ਬਦਲਦਾ ਹੈ, ਉਸ ਨੂੰ ਤੁਸੀਂ ਗੌਰ ਵਿੱਚ ਰੱਖਣਾ ਹੈ ਕਿ ਹੀਰ ਰੂਹ, ਰਾਂਝਾ ਜਿਸਮ ਤੇ ਚੂਚਕ ਇਹ ਫਿਕਾ, ਕਿ ਰੂਹ ਬੰਦੇ ਨੂੰ, ਇਨਸਾਨ ਨੂੰ ਹੁਣ ਲੈ ਕੇ ਆ ਕੇ ਤੇ ਦਿੰਦੀ ਪਈ ਹੈ ਫਿਕਾ ਦੇ ਹੱਥ ਵਿੱਚ। ਫਿਕਾ ਨੂੰ ਪਕੜਾ ਰਹੀ ਹੈ ਕਿ ਇਹ ਲੈ, ਇਸ ਨੂੰ ਹੁਣ ਅੱਗੋਂ ਤੂੰ ਚਲਾਉਣਾ ਹੈ। ਵਾਰਿਸ ਸ਼ਾਹ ਪਿਆਰੜਾ ਸੌ ਦੰਦਾ, ਵਾਰਿਸ ਸ਼ਾਹ ਪਿਆਰੜਾ ਸੌ ਦੰਦਾ, ਗੱਲਾਂ ਥੋੜੀਆਂ ਚਾਹ ਮੁਕਾਈਆਂ ਮੈਂ। ਉਹ ਆਪਣੇ ਪਿਓ ਨਾਲ ਆਖਦੀ ਹੈ ਵੀ ਗੱਲ ਲੰਮੀ ਕੋਈ ਨਹੀਂ, ਨਿੱਕੀ ਜਿਹੀ ਗੱਲ ਹੈ, ਬਸ ਮੈਂ ਬੜਾ ਸੋਹਣਾ ਮਾਹੀਵਾਲ ਢੂੰਡ ਲਿਆਂਦਾ ਹੈ, ਸੌ ਦੰਦਾ ਢੂੰਡ ਲਿਆਂਦਾ ਹੈ ਕਿ ਮੈਂ ਬੜਾ ਚਰਵਾਹਾ ਢੂੰਡ ਕੇ ਲੈ ਆਈ ਹਾਂ। ਇੱਕੋ ਗੱਲ ਸਿੱਧੀ ਸਿੱਧੀ ਇਹ ਹੈ। ਹੁਣ ਉਹ ਜਿਹੜਾ ਉਹਦਾ ਪਿਓ ਹੈ, ਉਹ ਹੁਣ ਉਸ ਨਾਲ ਅੱਗੋਂ ਸਵਾਲ ਜਵਾਬ ਕਰਦਾ ਹੈ, ਉਸ ਦੀ ਗੱਲ ਪੁੱਛਦਾ ਹੈ। ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ, ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ। ਉਹ ਅੱਗੋਂ ਹੱਸ ਕੇ ਆਖਦਾ ਹੈ ਕਿ ਇਹ ਜਿਹੜਾ ਤੂੰ ਕਾਮਾਂ ਲੈ ਕੇ ਆਈ ਆ, ਇਹ ਕੌਣ ਹੈ, ਇਹ ਕਿਹੜੀ ਸਰਕਾਰ ਦਾ ਬੰਦਾ ਹੈ ਤੇ ਜਿਹੜਾ ਤੂੰ ਐਡਾ ਇਹ ਸੋਹਣਾ ਜਿਹਾ ਜਵਾਨ ਲੈ ਕੇ ਆ ਗਈ ਆ। ਹੱਥ ਲਾਇਆ ਪਿੰਡੇ ਤੇ ਦਾਗ ਪੈਂਦਾ, ਹੱਥ ਲਾਇਆ ਪਿੰਡੇ ਤੇ ਦਾਗ ਪੈਂਦਾ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ ਕਿ ਇਹਦਾ ਜਿਸਮ ਤੇ ਇਤਨਾ ਨਰਮੋ ਨਾਜ਼ਕ ਹੈ, ਇਤਨਾ ਕੂੜਾ ਜਿਸਮ ਹੈ, ਇਤਨਾ ਸੋਹਣਾ ਹੈ ਕਿ ਇਹਨ ਹੱਥ ਲਾਈਏ ਤੇ ਜਿੱਥੇ ਹੱਥ ਲਾਈਏ ਉੱਥੇ ਦਾਗ ਬਣ ਪੈਂਦਾ ਹੈ। ਇਹ ਭਲਾ ਕੌਣ ਹੈ, ਇਹ ਐਡਾ ਸੋਹਣਾ ਕੌਣ ਹੈ? ਇਹ ਜਨਾਬ ਹਜ਼ਰਤ ਜਿਸ ਵੇਲੇ ਦੁਨੀਆ ਤੇ ਆਏ ਨੇ ਤੇ ਇਹ ਇੰਝ ਹੀ ਆਇਆ ਹੈ, ਇਹਦੇ ਜਿਸਮ ਨੂੰ ਹੱਥ ਲਾਇਆ ਜਿੱਥੇ ਉਂਗਲੀ ਲਾਈਏ ਉੱਥੇ ਨਿਸ਼ਾਨ ਪੈ ਜਾਂਦਾ ਹੈ। ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ ਕਿ ਇਹ ਮੱਝਾਂ ਚੁਗਾਉਣੇ ਜੋਗਾ ਨਹੀਂ ਹੈ। ਇਹਦੀ ਸ਼ਕਲ ਦੱਸਦੀ ਹੈ ਕਿ ਇਹ ਇਸ ਜਿਹੜਾ ਇਹ ਕੰਮ ਕਾਰੋਬਾਰ ਹੈ, ਇਸ ਕੰਮ ਜੋਗਾ ਇਹ ਨਹੀਂ ਹੈ, ਇਸ ਕੋਲੋਂ ਇਹ ਕੰਮ ਨਹੀਂ ਹੋ ਸਕਦਾ। ਉਹ ਅੱਗੋਂ ਆਖਦੀ ਹੈ ਹੀਰ ਕਿ ਸੁੱਗੜ ਚਤਰ ਤੇ ਅਕਲ ਦਾ ਕੋਟ ਨੱਢਾ, ਸੁੱਗੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ। ਉਹ ਹੀਰ ਉਸ ਨੂੰ ਆਖਦੀ ਹੈ ਕਿ ਇਹ ਬੜਾ ਸਿਆਣਾ ਹੈ, ਚਤੁਰ ਚਾਲਾਕ ਹੈ, ਹੁਸ਼ਿਆਰ ਹੈ। ਅਕਲ ਦਾ ਕੋਟ ਨੱਢਾ, ਅਕਲ ਦਾ ਕੋਟ ਹੁੰਦਾ ਹੈ ਕਿ ਬਹੁਤ ਜ਼ਿਆਦਾ ਅਕਲਮੰਦ, ਕੋਟ ਤੋਂ ਮੁਰਾਦ ਕਲਾ, ਕਿ ਅਕਲ ਦਾ ਕਲਾ ਹੈ ਪੂਰਾ, ਬੜਾ ਸਿਆਣਾ ਹੈ ਤੇ ਇਹ ਮੱਝੀ ਬੜੀਆਂ ਸੰਭਾਲ ਕੇ ਚਾਰਦਾ ਹੈ। ਬਾਜੀ ਇਹ ਐਵੇਂ ਨਹੀਂ ਹੈ ਬੰਦਾ। ਹੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਘ ਤੇ ਮੂਲ ਨਾ ਮਾਰਦਾ ਹੈ। ਹੱਕੇ ਹੱਕਣਾ, ਮੱਝਾਂ ਟੋਰਨਾ, ਹੂੰਗ ਦੇ ਕੇ, ਜਿਹੜੀ ਇੱਕ ਖਾਸ ਮੱਝਾਂ ਟੋਰਨ ਦੀ ਆਵਾਜ਼ ਹੁੰਦੀ ਹੈ ਕਿ ਜਿਹੜਾ ਛੇੜੂ ਹੋ ਕਰਕੇ ਮੱਝ ਨੂੰ ਟੋਰਦਾ ਹੈ, ਉਹ ਆਖਦੀ ਹੈ ਕਿ ਇਹ ਤਾਂ ਬੜੇ ਪਿਆਰ ਨਾਲ ਹੁੰਗਾਰਾ ਦੇ ਕੇ ਮੱਝਾਂ ਅੱਗੇ ਟੋਰਦਾ ਹੈ। ਸੋਟਾ ਸਿੰਘ ਤੇ ਮੂਲ ਨਾ ਮਾਰਦਾ ਹੈ। ਅੱਗੇ ਕੁਝ ਕਿਸ਼ਤਾਂ ਵਿੱਚ ਜਾ ਕੇ ਤੁਹਾਨੂੰ ਇਹਨਾਂ ਮੱਝਾਂ ਦੀ ਵੀ ਸਮਝ ਆਉਣੀ ਹੈ ਕਿ ਇਹ ਮੱਝਾਂ ਜਿਹੜੀਆਂ ਨੇ ਜਿਨ੍ਹਾਂ ਨੇ ਇਹ ਚਰਵਾਲ ਚੁਗਾਉਣ ਆਇਆ ਦੁਨੀਆ ਤੇ, ਇਹ ਮੱਝਾਂ ਵੀ ਕੋਈ ਖਾਸ ਮੱਝਾਂ ਹੀ ਨੇ, ਇਹਨਾਂ ਦੀ ਵੀ ਗੱਲ ਸਾਹਮਣੇ ਆ ਜਾਏਗੀ। ਮਾਲ ਆਪਣਾ ਜਾਣ ਕੇ ਸਾਂਭ ਲਿਆਵੇ, ਮਾਲ ਆਪਣਾ ਜਾਣ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰਦਾ ਏ। ਉਹ ਆਦੀ ਇਹ ਤੇ ਮਾਲ ਜਿਹੜਾ ਹੈ ਆਪਣਾ ਜ਼ਾਤੀ ਮਾਲ ਸਮਝ ਕੇ ਚੁਗਾ ਕੇ ਲਿਆਉਂਦਾ ਹੈ। ਇਹ ਕੰਮ ਵਗਾਰ ਤੋਂ ਮੁਰਾਦ ਹੁੰਦਾ ਹੈ ਕਿ ਬਿਨਾਂ ਤਨਖਾਹ ਤੋਂ ਜਾਂ ਬਿਨਾਂ ਦਿਹਾੜੀ ਤੋਂ ਮੁਫਤ ਵਿੱਚ ਕਿਸੇ ਦਾ ਕੰਮ ਕਰਨਾ, ਕਿ ਇਹ ਕਿਸੇ ਕੰਮ ਨੂੰ ਵਗਾਰ ਸਮਝ ਕੇ ਕੰਮ ਨਹੀਂ ਕਰਦਾ। ਬਈ ਮਤਲਬ ਲੈਣਾ ਦੇਣਾ ਹੁੰਦਾ ਕੁਝ ਨਹੀਂ ਤੇ ਬੰਦਾ ਉਹ ਸ਼ੌਕ ਨਾਲ ਕੰਮ ਨਹੀਂ ਕਰਦਾ, ਇਹ ਹਰ ਕੰਮ ਨੂੰ ਆਪਣਾ ਕੰਮ ਸਮਝ ਕੇ ਕਰਦਾ ਹੈ। ਦਿਸੇ ਨੂਰ ਅੱਲਾ ਦਾ ਮੁਖੜੇ ਤੇ ਪਿਆ ਰੱਬ ਹੀ ਰੱਬ ਚਿਤਾਰਦਾ ਹੈ।
ਵਿਚਕਾਰ ਹੁਸ਼ਿਆਰ ਦਿਨ ਰਾਤ ਰਹਿੰਦਾ, ਵਿਚਕਾਰ ਹੁਸ਼ਿਆਰ ਦਿਨ ਰਾਤ ਰਹਿੰਦਾ, ਰਹੀ ਖਈ ਨਾ ਮੂਲ ਵਿਸਾਰਦਾ ਏ। ਕਿ ਆਪਣੇ ਕੰਮ ਵਿੱਚ, ਕਾਰ ਤੋਂ ਮੁਰਾਦ ਕੰਮ, ਆਪਣੇ ਕੰਮ ਵਿੱਚ ਬੜਾ ਹੁਸ਼ਿਆਰ ਰਹਿੰਦਾ ਏ। ਰਹੀ ਖਈ ਨਾ ਮੂਲ ਵਿਸਾਰਦਾ ਏ, ਬਈ ਜਿਹੜੀ ਕੋਈ ਵਿੱਚੋਂ ਮੱਝ ਛੇੜ ਵਿੱਚੋਂ ਨਿਕਲ ਕੇ ਵੱਖਰੀ ਹੋ ਕੇ ਪਿੱਛੇ ਰਹਿ ਜਾਵੇ, ਇਹ ਉਹਨੂੰ ਵੀ ਭੁੱਲਦਾ ਨਹੀਂ ਹੈ। ਉਸ ਮੱਝ ਨੂੰ ਵੀ ਨਾਲ ਰਲਾ ਕੇ ਤੇ ਲੈ ਕੇ ਜਾਂਦਾ ਹੈ। ਕਦੀ ਵੀ ਕੋਈ ਕਿਸੇ ਇਸ ਭੁਲਾਇਆ ਨਹੀਂ ਹੈ। ਆਪਣੇ ਡੰਗਰਾਂ ਵਿੱਚੋਂ ਕਿਸੇ ਡੰਗਰ ਨੂੰ ਭੁਲਾ ਕੇ ਨਹੀਂ ਆਇਆ, ਸਾਂਭ ਕੇ ਸਾਰੀਆਂ ਇਕੱਠੀਆਂ ਘਰ ਲੈ ਕੇ ਆਉਂਦਾ ਹੈ। ਸਭਾ ਰਹੀਆਂ ਰਵਨੀਆਂ ਖੂਬੀਆਂ ਨੂੰ, ਸਭਾ ਰਹੀਆਂ ਰਵਨੀਆਂ ਖੂਬੀਆਂ ਨੂੰ ਕੱਢ ਖੋਬਿਓਂ ਫੇਰ ਮੁੜ ਤਾਰਦਾ ਹੈ। ਇਹਨਾਂ ਮਸਲਿਆਂ ਦੀ ਵੀ ਤੁਹਾਨੂੰ ਉਦੋਂ ਸਹੀ ਸਮਝ ਆਏਗੀ ਕਿ ਜਦੋਂ ਅੱਗੇ ਜਾ ਕੇ ਇਹ ਰਾਜ਼ ਖੁੱਲ੍ਹਾ ਕਿ ਇਹ ਮੱਝਾਂ ਹਨ ਕੌਣ। ਸਭਾ ਰਹੀਆਂ ਰਵਨੀਆਂ ਖੂਬੀਆਂ ਨੂੰ, ਕਿ ਜਿਹੜੀ ਕੋਈ ਪਿੱਛੇ ਰਹਿ ਗਈ, ਖੋਬੇ 'ਚ ਫਸ ਗਈ, ਚਿੱਕੜ 'ਚ ਫਸ ਗਈ। ਜੇ ਇੱਥੇ ਹੁਣ ਮੈਂ ਉਸ ਗੱਲ ਵਾਲੇ ਪਾਸੇ ਗੱਲ ਲੈ ਜਾਵਾਂ ਤਾਂ ਜਿਹੜੀ ਇਸ ਦੁਨੀਆ ਦੇ ਮਾਮਲਾਤ 'ਚ ਫਸ ਗਈ, ਜਿਹੜੀ ਗੁਨਾਹ ਦੀ ਦਲਦਲ ਵਿੱਚ ਫਸ ਗਿਆ, ਉਸ ਨੂੰ ਵੀ ਕੱਢ ਕੇ ਇਹ ਉਸ ਖੋਬੇ, ਉਸ ਦਲਦਲ ਵਿੱਚ, ਉਸ ਖਰਾਬੀ ਦੇ ਖੋਬੇ 'ਚੋਂ ਕੱਢ ਕੇ ਇਹ ਰਾਂਝਾ, ਇਹ ਚਰਵਾਲ, ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਗੱਲ ਇੱਕ ਬਹੁਤ ਵੱਡੀ ਹਸਤੀ ਵੱਲ ਜਾਣੀ ਹੈ। ਇਹ ਚਰਵਾਲ ਜਿਹੜਾ ਹੈ ਉਹਨਾਂ ਖੂਬੀਆਂ, ਉਹਨਾਂ ਖਰਾਬੀਆਂ 'ਚ ਫਸੀਆਂ ਹੋਈਆਂ ਮੱਝਾਂ ਕੱਢ ਕੇ ਤੇ ਤਾਰ ਦਿੰਦਾ ਹੈ, ਰਾਹ ਲਾ ਦਿੰਦਾ ਹੈ। ਨਾਲੇ ਸੂਰਤ ਦਾ ਬਹੁਤ ਮਲੂਕ ਦਿਸੇ, ਨਾਲੇ ਸੂਰਤ ਦਾ ਬਹੁਤ ਮਲੂਕ ਦਿਸੇ, ਨਾਲੇ ਬਹੁਤ ਹੀ ਅਕਲ ਵਿਚਾਰਦਾ ਹੈ। ਬਈ ਸ਼ਕਲ ਦਾ ਵੀ ਸੋਹਣਾ ਹੈ ਅਤੇ ਗੱਲ ਵੀ ਜਿਹੜੀ ਕਰਦਾ ਹੈ ਬੜੀ ਸੋਚ ਸਮਝ ਕੇ ਕਰਦਾ ਹੈ, ਅੰਜੇ ਕੋਈ ਗੱਲ ਨਹੀਂ ਕਰਦਾ। ਵਾਰਸ ਜਿਨ੍ਹਾਂ ਨੂੰ ਹੋਰ ਨਾ ਤਾਂਘ ਕੋਈ, ਵਾਰਸ ਜਿਨ੍ਹਾਂ ਨੂੰ ਹੋਰ ਨਾ ਤਾਂਘ ਕੋਈ, ਕੰਮ ਤਿੰਨਾਂ ਦੇ ਰੱਬ ਸਵਾਰਦਾ ਏ। ਕਿ ਜਿਨ੍ਹਾਂ ਨੂੰ ਆਪਣੇ ਰੱਬ ਤੋਂ ਸਿਵਾ ਹੋਰ ਕੋਈ ਆਸਰਾ ਨਹੀਂ ਹੁੰਦਾ, ਕੋਈ ਉਮੀਦ ਨਹੀਂ ਹੁੰਦੀ, ਅਤੇ ਉਹਨਾਂ ਦੇ ਕੰਮ ਵੀ ਰੱਬ ਆਪ ਹੀ ਸਵਾਰ ਦਿੰਦਾ ਹੈ। ਹੁਣ ਚੂਚਕ ਆਖਦਾ ਹੈ ਕਿ ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੋਂ, ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੋਂ, ਕਿ ਅਕਲ ਸ਼ਊਰ ਦਾ ਕੋਟ ਹੈ ਨਹੀਂ। ਉਹ ਹੁਣ ਇਹ ਹੁਣ ਸਖਤੀ ਇਸ ਤੋਂ ਹੋ ਰਹੀ ਹੈ ਕਿ ਤੁਹਾਨੂੰ ਪਤਾ ਹੈ ਚੂਚਕ ਜਿਹੜਾ ਹੈ ਉਹ ਸ਼ਰ੍ਹਾ ਦੀ ਤਮਸੀਲ ਹੈ, ਸ਼ਰ੍ਹਾ ਦਾ ਇਸਤਾਰਾ ਹੈ, ਅਤੇ ਸ਼ਰ੍ਹਾ ਬੜੀ ਸਖਤ ਹੁੰਦੀ ਹੈ। ਸ਼ਰ੍ਹਾ ਵਿੱਚ ਐਡੀ ਭੱਜ ਕੇ ਮਾਫੀ ਨਹੀਂ ਮਿਲਦੀ। ਅਤੇ ਇਹ ਕਿਸੇ ਹੋਰ ਦੁਨੀਆ ਦਾ ਬਾਸ਼ਿੰਦਾ, ਅਸਾਂ ਜਿਸ ਵੇਲੇ ਕੰਮ ਰੱਖ ਲੈਣਾ ਹੈ, ਅਸਾਂ ਤਾਂ ਕੰਮ ਲੈਣਾ ਹੈ, ਅਸਾਂ ਤਾਂ ਅੰਜੇ ਛੱਡਣਾ ਕੋਈ ਨਹੀਂ। ਉਹ ਹੁਣ ਉਸ ਕੋਲ ਪੁੱਛ ਰਿਹਾ ਬਈ ਇਹ ਕਿਹੜੇ ਚੌਧਰੀ ਦਾ ਪੁੱਤਰ ਹੈ, ਇਹਦੀ ਜ਼ਾਤ ਕੀ ਹੈ, ਅਤੇ ਕਿਹੜਾ ਅਕਲ ਸ਼ਊਰ ਦਾ ਕੋਟ ਹੈ ਨਹੀਂ, ਕਿਹੜੀ ਕੋਈ ਸ਼ਕਲਮੰਦੀ ਵਾਲੀ ਗੱਲ ਮੈਨੂੰ ਵੀ ਸਮਝਾ। ਕਿਕੂ ਰਿਜ਼ਕ ਨੇ ਆਣ ਉਦਾਸ ਕੀਤਾ, ਕਿਕੂ ਰਿਜ਼ਕ ਨੇ ਆਣ ਉਦਾਸ ਕੀਤਾ, ਕਿਹੜੇ ਪੀਰ ਦੀ ਇਸ ਨੂੰ ਓਟ ਹੈ ਨਹੀਂ, ਕਿ ਇਸ ਨੂੰ ਰਿਜ਼ਕ ਉੱਥੋਂ ਕਿਉਂ ਉਦਾਸ ਕੀਤਾ, ਯਾਨੀ ਇਸ ਕੋਲੋਂ ਰਿਜ਼ਕ ਕਿਉਂ ਰੁੱਸਿਆ ਹੈ, ਕਿਉਂ ਇੱਦਾਂ ਰਿਜ਼ਕ ਬੰਦ ਹੋਇਆ ਹੈ, ਅਤੇ ਇਸ ਜਿਹੜਾ ਹੁਣ ਇੱਥੇ ਆ ਗਿਆ ਕਿਹੜੀ ਉਮੀਦ 'ਤੇ ਆਇਆ ਹੈ, ਕਿਹਦੇ ਆਸਰੇ 'ਤੇ ਆਇਆ, ਕਿਹੜਾ ਪੀਰ ਇਹਦਾ ਜਿਸ ਦੀ ਇਸ ਨੂੰ ਪਨਾਹ ਹੈ ਕਿ ਇਹ ਹੁਣ ਉੱਥੋਂ ਨਿਕਲ ਕੇ ਇੱਥੇ ਆ ਗਿਆ। ਫੌਜਦਾਰ ਵਾਂਗੂ ਕਰਕੇ ਕੂਚ ਧਾਣਾ, ਫੌਜਦਾਰ ਵਾਂਗੂ ਕਰਕੇ ਕੂਚ ਧਾਣਾ, ਜਿਵੇਂ ਮਾਰ ਨਕਾਰੇ ਦੀ ਚੋਟ ਹੈ ਨਹੀਂ। ਨਕਾਰਾ ਉਹ ਤਬਲੇ ਜੰਗ ਹੁੰਦਾ ਜਿਸ ਨੂੰ ਚੋਟ ਮਾਰਦੇ ਜੰਗ ਸ਼ੁਰੂ ਕਰਨ ਲੱਗਿਆ, ਅਤੇ ਧਾਣਾ ਤੋਂ ਮੁਰਾਦ ਹੁੰਦਾ ਹੈ ਕਿ ਹਮਲਾਵਰ ਹੋ ਬਹਿਣਾ, ਕਿ ਇਹ ਇੰਜ ਆ ਗਿਆ ਕਿ ਜਿਵੇਂ ਨਕਾਰੇ 'ਤੇ ਚੋਟ ਲੱਗਦਿਆਂ ਹੀ ਕੋਈ ਫੌਜ ਦਾ ਅਫਸਰ ਜਿਹੜਾ ਹੈ ਉਹ ਧਾ ਕੇ ਚੜ੍ਹੇ ਆਉਂਦਾ ਹੈ। ਇਹ ਇੰਜ ਸਾਡੇ 'ਤੇ ਚੜ੍ਹ ਆਇਆ ਹੈ। ਇਹਦੀ ਕੋਈ ਵਿਚਲੀ ਗੱਲ ਮੈਨੂੰ ਸਮਝਾ। ਕਿੰਨਾ ਜੱਟਾਂ ਦਾ ਪੁੱਤ ਹੈ ਕੌਣ ਕੋਈ, ਕਿਹੜੀ ਗੱਲ ਦੀ ਇਸ ਨੂੰ ਤਰੋਟ ਹੈ ਨਹੀਂ, ਕਿ ਇਹ ਕਿਹੜਿਆਂ ਜੱਟਾਂ ਦਾ ਪੁੱਤਰ ਹੈ ਅਤੇ ਕਿਹੜੀ ਗੱਲ ਦੀ ਇਸ ਨੂੰ ਕਮੀ ਹੈ, ਜਿਹੜੀ ਜਿਸ ਗੱਲ ਪਿੱਛੇ ਇਹ ਉਹ ਸੁੱਖਾਂ ਵਾਲਾ ਜਹਾਨ, ਜਿੱਥੇ ਇਹਦੇ ਭਰਾਵਾਂ ਦੀਆਂ ਜ਼ਮੀਨਾਂ, ਇਹਦੀਆਂ ਆਪਣੀਆਂ ਜ਼ਮੀਨਾਂ, ਡੰਗਰ ਗਾਵਾਂ, ਹਰ ਸ਼ੈ ਮੌਜੂਦ ਆਈ, ਇਹ ਉਹ ਛੱਡ ਕੇ ਇੱਥੇ ਕਿਉਂ ਆਇਆ, ਇਸ ਨੂੰ ਕਮੀ ਕੀ ਹੈ, ਕਿ ਤਰੋਟ ਕੀ ਇਸ ਨੂੰ ਬਣੀ ਹੈ। ਵਤਨ ਇਸ ਦਾ ਜ਼ਾਤ ਤਹਕੀਕ ਕਰਨੀ, ਵਤਨ ਇਸ ਦਾ ਜ਼ਾਤ ਤਹਕੀਕ ਕਰਨੀ, ਇਹ ਗੱਲ ਨਾ ਸਟਣੀ ਸੋਟ ਹੈ ਨਹੀਂ। ਉਹ ਆਖਦਾ ਕਿ ਮੈਂ ਤਾਂ ਸਾਰੀ ਦੀ ਤਲਾਸ਼ੀ ਕਰਨੀ ਹੈ, ਸਾਰੀ ਢੂੰਡ ਕਰਨੀ ਹੈ ਬਈ ਦਾ ਦੇਸ਼ ਕਿਹੜਾ ਹੈ, ਇਹਦੀ ਜ਼ਾਤ ਕਿਹੜੀ ਹੈ। ਮੈਂ ਇਸ ਗੱਲ ਨੂੰ ਹੰਝੇ ਛੱਡਣਾ ਨਹੀਂ ਹੈ, ਮੈਂ ਗੱਲ ਨੂੰ ਪਰਾਂ ਨਹੀਂ ਸੱਟਣਾ, ਇਸ ਗੱਲ ਦੀ ਤਹਕੀਕ ਕਰਨੀ ਹੈ। ਸੀਰਤ ਸ਼ਕਲ ਫਰਿਸ਼ਤਿਆਂ ਵਾਂਗ ਇਹਦੀ, ਮੁੰਡਾ ਜਾਪਦਾ ਏ ਉਮਰ ਛੋਟ ਹੈ ਨਹੀਂ, ਕਿ ਇਹਦੀ ਸ਼ਕਲ ਤੇ ਫਰਿਸ਼ਤਿਆਂ ਆ ਰਹੇ,
ਤੂੰ ਆਖਦੀ ਹੈ ਕਾਮਾ ਬਣਨ ਆਇਆ ਹੈ। ਮੇਰੀ ਗੱਲ ਕੋਈ ਸਮਝ ਵਿੱਚ ਆ ਨਹੀਂ ਰਹੀ। ਤੇ ਇਹ ਅਜੇ ਉਮਰ ਛੋਟ ਹੈ, ਲੌਕੀ ਉਮਰ ਦਾ ਹੈ, ਥੋੜ੍ਹੀ ਉਮਰ ਦਾ, ਛੋਟੀ ਉਮਰ ਦਾ ਹੈ। ਤਬਾਏਸ ਦੀ ਬਹੁਤ ਹਲੀਮ ਦਿਸੇ, ਤਬਾਏਸ ਦੀ ਬਹੁਤ ਹਲੀਮ ਦਿਸੇ, ਨੈਣਾ ਨਾਲ ਕਰਦਾ ਲੋਟ ਪੋਟ ਹੈ ਨਹੀਂ। ਕਿ ਇਸ ਦੀ ਤਬੀਅਤ ਬੜੀ ਸ਼ਗੁਫਤਾ ਹੈ, ਬੜੀ ਨਰਮ ਹੈ, ਬੜੀ ਹਿਲਮ ਵਾਲਾ ਬੰਦਾ ਹੈ, ਸਬਰ ਵਾਲਾ ਬੰਦਾ ਹੈ। ਅਤੇ ਅੱਖਾਂ ਇਹਦੀਆਂ ਜਿਹਨੂੰ ਕਿ ਅੱਖਾਂ ਨਾਲ ਬੰਦੇ ਨੂੰ ਘੁਮਾ ਕੇ ਰੱਖ ਦਿੰਦਾ ਹੈ, ਬੰਦੇ ਨੂੰ ਪਵਾਲੀਆਂ ਦੇ ਦਿੰਦਾ ਹੈ। ਇਹਦੀਆਂ ਅੱਖਾਂ ਵਿੱਚ ਜਾਦੂ ਹੈ। ਦਿਸ ਪਾਸ ਚੰਗੀ ਅਜੇ ਹੈ ਜਾਤਕ, ਦਿਸ ਪਾਸ ਚੰਗੀ ਅਜੇ ਹੈ ਜਾਤਕ, ਮੁੰਡਾ ਜਪਦਾ ਹੋਗ ਗਬਰੋਟ ਹੈ ਨਹੀਂ। ਕਿ ਦਿਸ ਪਾਸ ਚੰਗੀ ਕਿ ਇਹਦੀ ਜਿਹੜੀ ਡੇਲ ਡੋਲ ਹੈ ਜਿਸਮ ਤੇ ਬੜੀ ਸੋਹਣੀ ਲੱਗਦੀ ਪਈ ਹੈ, ਬੜਾ ਸੋਹਣਾ ਨਜ਼ਰ ਆਉਂਦਾ ਹੈ। ਅਜੇ ਜਾਤਕ ਹੈ, ਅਜੇ ਬੱਚਾ ਹੈ, ਮੁੰਡਾ ਜਪਦਾ ਹੋਗ ਘਬਰੋਟ ਹੈ ਨਹੀਂ। ਹੋਗ ਹੋਵੇਗਾ, ਘਬਰੋਟ ਗੱਭਰੂ। ਕਿ ਇਸ ਦੀ ਡੇਲ ਡੋਲ ਵੇਖ ਕੇ ਲੱਗਦਾ ਇੰਝ ਹੈ ਕਿ ਅੱਗੇ ਚੱਲ ਕੇ ਬਹੁਤ ਵੱਡਾ ਇੱਕ ਆਲੀਸ਼ਾਨ ਗੱਭਰੂ ਬਣੇਗਾ, ਬੜਾ ਤਗੜਾ ਜਵਾਨ ਬਣੇਗਾ। ਮਾਂ ਬਾਪ ਭਰਾਵਾਂ ਦੇ ਨਾਲ ਇਸ ਦਾ, ਮਾਂ ਬਾਪ ਭਰਾਵਾਂ ਦੇ ਨਾਲ ਇਸ ਦਾ ਕਿਹੜੀ ਗੱਲ ਤੋਂ ਪੈ ਗਿਆ ਫੋਟ ਹੈ ਨਹੀਂ। ਬਸ ਮੈਨੂੰ ਉਹ ਗੱਲ ਦੱਸ ਕਿ ਭਰਾਵਾਂ ਨਾਲ ਕਿਉਂ ਲੜਿਆ, ਭਰਜਾਈਆਂ ਨਾਲ ਕਿਉਂ ਲੜਿਆ। ਵਾਰਸ਼ਾ ਕਿਉਂ ਛੱਡਿਆ ਦੇਸ ਇਸਨੇ, ਵਾਰਸ਼ਾ ਕਿਉਂ ਛੱਡਿਆ ਦੇਸ ਇਸਨੇ, ਕਿ ਆ ਜੀਵ ਵਿੱਚ ਇਸ ਤੇ ਖੋਟ ਹੈ ਨਹੀਂ। ਕਿ ਮੈਨੂੰ ਦੱਸ ਉਹ ਐਡਾ ਸੋਹਣਾ ਦੇਸ, ਐਡੇ ਖਾਨਦਾਨੀ ਉਹ ਲੋਕ ਜਿਨ੍ਹਾਂ ਦਾ ਇਹ ਪੁੱਤਰ ਹੈ, ਉਹ ਅਰਸ਼ੇਸ ਕਿਉਂ ਛੱਡੀ ਹੈ। ਅਗਰ ਇਸ ਛੱਡੀਏ ਤਾਂ ਲੱਗਦਾ ਇੰਝ ਹੀ ਹੈ ਬ ਕੋਈ ਇਹਦੇ ਮਨ ਵਿੱਚ ਖੋਟ ਹੈ। ਤੂੰ ਦੱਸ ਮੈਨੂੰ ਇਹਦੇ ਮਨ ਵਿੱਚ ਕੀ ਖੋਟ ਹੈ, ਕੀ ਖਰਾਬੀ ਹੈ, ਕਿਹੜੀ ਇਹ ਚੀਜ਼ ਸੋਚ ਕੇ ਤੇ ਇਸੇ ਸਾਰਾ ਕੁਝ ਕੀਤਾ ਹੈ ਕਿ ਉਹ ਸਭ ਕੁਝ ਛੱਡ ਕੇ ਆਇਆ। ਅੱਗੋਂ ਹੀਰ ਆਪਣੇ ਪਿਓ ਨੂੰ ਜਵਾਬ ਦੇ ਰਹੀ ਹੈ ਕਿ ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜੱਟ ਦਾ ਜ਼ਾਤ ਅਸੀਲ ਹੈ ਜੀ। ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਤਖਤ ਹਜ਼ਾਰਾ ਕੀ ਹੈ, ਜੰਨਤ, ਤੇ ਜੰਨਤ ਦਾ ਚੌਧਰੀ ਕੌਣ ਹੈ ਇਹ ਆਪੇ ਸੋਚ ਲੈਣਾ। ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ, ਖਾਲਸ ਹੈ। ਇਹਦੇ 'ਚ ਕੋਈ ਉਹ ਖਰਾਬੀ ਵਾਲੀ ਗੱਲ ਨਹੀਂ, ਬੜਾ ਖਾਲਸ ਨਸਲ ਦਾ ਬੰਦਾ ਹੈ। ਇਹਦਾ ਬੂਪੜਾ ਮੁੱਖ ਤੇ ਨੈਣ ਨਿੰਮੇ, ਇਹਦਾ ਬੂਪੜਾ ਮੁੱਖ ਤੇ ਨੈਣ ਨਿੰਮੇ, ਵੱਡੀ ਸੋਹਣੀ ਇਸ ਦੀ ਡੀਲ ਹੈ ਜੀ। ਬੂਪੜਾ ਬੜਾ ਸੋਹਣਾ, ਜਿਹੜਾ ਮਸਕੀਨ ਵੀ ਹੋਵੇ ਤੇ ਬੜਾ ਦਿਲ ਨੂੰ ਲੁਭਾਉਣ ਵਾਲਾ ਹੋਵੇ, ਮਿੱਠਾ ਹੋਵੇ, ਸੋਹਣਾ ਹੋਵੇ। ਇਹਦਾ ਚਿਹਰਾ ਬੜਾ ਬੂਪੜਾ ਹੈ। ਨੈਣ ਨਿੰਮੇ, ਨਿੰਮੇ ਮਸਤ ਨੈਣ, ਤੇ ਬੰਦ ਅੱਖਾਂ ਵੀ ਨਿੰਮੇ ਨੈਣ ਆਖਦੇ ਨੇ। ਕਿ ਉਸ ਤੋਂ ਮੁਰਾਦ ਇਹ ਹੁੰਦਾ ਕਿ ਸ਼ਰਮੋ ਹਯਾ ਵਾਲਾ ਜਿਹੜਾ ਬੰਦਾ ਹੋਵੇ ਉਸ ਨੂੰ ਵੀ ਉਹਦੇ ਨੈਣ ਵੀ ਨਿੰਮੇ ਆਖੇ ਵਹਿੰਦੇ ਨੇ। ਬੜੀ ਸੋਹਣੀ ਹੈ ਇਸ ਦੀ ਡੀਲ, ਡੀਲ ਤੋਂ ਮੁਰਾਦ ਜਿਹੜਾ ਅਸੀਂ ਆਖਦੇ ਹਾਂ ਕਿ ਫਲਾਣੇ ਦੀ ਡੀਲ ਡੋਲ ਬੜੀ ਸੋਹਣੀ ਹੈ, ਬਈ ਦੀ ਜਿਸਾਮਤ ਬੜੀ ਸੋਹਣੀ ਹੈ। ਮੱਥਾ ਇਸ ਦਾ ਚਮਕਦਾ ਨੂਰ ਭਰਿਆ, ਮੱਥਾ ਇਸ ਦਾ ਚਮਕਦਾ ਨੂਰ ਭਰਿਆ, ਸਖੀ ਜੀਵ ਦਾ ਨਹੀਂ ਬਖੀਲ ਹੈ ਜੀ। ਕਿ ਇਹ ਦਿਲ ਦਾ ਬੜਾ ਸਖੀ ਹੈ, ਬਖੀਲ ਨਹੀਂ ਹੈ। ਗੱਲ ਸੋਹਣੀ ਪਰੇ ਦੇ ਵਿੱਚ ਕਰਦਾ, ਖੋਜ ਲਾਈ ਤੇ ਨਿਉ ਵਕੀਲ ਹੈ ਜੀ। ਕਿ ਪਰਿਆਂ ਵਿੱਚ ਬੈਠਾ ਹੋਵੇ ਤੇ ਬੜੀ ਸੋਹਣੀ ਗੱਲ ਕਰਦਾ ਹੈ, ਖੋਜ ਕੱਢ ਲੈਂਦਾ ਗੱਲਾਂ ਦੇ, ਗੱਲਾਂ ਦੀ ਅਲਖ ਕੱਢ ਲੈਂਦਾ ਹੈ, ਗੱਲਾਂ ਦੇ ਪਿੱਛੇ ਛੁਪੇ ਹੋਏ ਰਾਜ਼ ਢੂੰਢ ਲੈਂਦਾ, ਤੇ ਨਿਉ ਵਕੀਲ ਹੈ ਜੀ। ਤੇ ਇਨਸਾਫ ਦੀ ਗੱਲ ਹੋਵੇ ਤੇ ਇਨਸਾਫ ਕਰਨ ਲੱਗਿਆਂ ਬਹੁਤ ਵੱਡਾ ਵਕੀਲ ਹੈ। ਨਿਉ ਤੋਂ ਮੁਰਾਦ ਇਨਸਾਫ। ਜਿਹੜੇ ਰਾਂਝੇ ਦੀ ਇਹ ਗੱਲ ਹੋ ਰਹੀ ਹੈ ਉਸ ਰਾਂਝੇ ਦੀ ਗੱਲ ਕਰਨ ਲੱਗਿਆਂ, ਤਾਰੀਫ ਕਰਨ ਲੱਗਿਆਂ ਦਿਹਾੜੇ ਲੱਗ ਜਾਂਦੇ ਨੇ। ਪਰ ਮੇਰਾ ਮਕਸਦ ਹੈ ਕਿ ਇਸ ਕਿੱਸੇ ਨੂੰ ਪੂਰਾ ਕਰਨਾ। ਇਸ ਤੋਂ ਛੋਟੀ ਛੋਟੀ ਗੱਲ ਵਿੱਚ ਮੈਂ ਇਸ ਗੱਲ ਦੀ ਤੁਹਾਨੂੰ ਵਜ਼ਾਹਤ ਦੱਸਦਾ ਜਾ ਰਿਹਾ। ਜੇਕਰ ਵਿੱਚ ਮੁਕੱਦਮੇ ਜਾ ਬਹੇ, ਜੇਕਰ ਵਿੱਚ ਮੁਕੱਦਮੇ ਜਾ ਬਹੇ, ਨਾਲ ਅਕਲ ਦੇ ਕਰੇ ਸਬੀਲ ਹੈ ਜੀ। ਕਿ ਕਿਸੇ ਮੁਕੱਦਮੇ ਵਿੱਚ ਇਹਨੂੰ ਬਿਠਾਇਆ ਜਾਵੇ ਤੇ ਇਹ ਆਪਣੀ ਅਕਲ ਨਾਲ ਬੜਾ ਸੋਹਣਾ ਉਹਦਾ ਕੋਈ ਰਾਹ ਕੱਢ ਲੈਂਦਾ ਹੈ। ਕਰੇ ਸਬੀਲ ਹੈ ਜੀ, ਸਬੀਲ ਤੋਂ ਮੁਰਾਦ ਰਸਤਾ। ਕਿ ਇਹ ਹਰ ਮੁਕੱਦਮੇ ਦਾ ਕੋਈ ਬੜਾ ਸੋਹਣਾ ਰਾਹ ਕੱਢ ਲੈਂਦਾ ਹੈ। ਲੱਖਾਂ ਝਗੜਿਆਂ ਦੀ ਇਹ ਤਾਂ ਅਲਖ ਲਾਏ, ਲੱਖਾਂ ਝਗੜਿਆਂ ਦੀ ਇਹ ਤਾਂ ਅਲਖ ਲਾਏ, ਸਾਊ ਜ਼ਾਤ ਦਾ ਨਹੀਂ ਰਜ਼ੀਲ ਹੈ ਜੀ। ਝਗੜਿਆਂ ਦੀ ਅਲਖ ਲਾਣਾ ਜਿਹੜੀ ਫਸਾਦ ਦੀ ਜੜ ਖ਼ਤਮ ਕਰ ਦੇਣਾ, ਝਗੜਿਆਂ ਦਾ ਮੁੱਢ ਖ਼ਤਮ ਕਰ ਦੇਣਾ। ਕਿ ਲੱਖਾਂ ਝਗੜਿਆਂ ਦਾ ਇਹ ਉਹਨਾਂ ਨੂੰ ਮੁੱਢ ਤੋਂ ਖ਼ਤਮ ਕਰ ਦਿੰਦਾ ਹੈ। ਸਾਊ ਜ਼ਾਤ ਦਾ, ਸ਼ਰੀਫ ਜ਼ਾਤ ਦਾ, ਚੰਗੀ ਜ਼ਾਤ ਦਾ। ਸਾਊ ਤੋਂ ਮੁਰਾਦ ਹੁੰਦਾ ਕਿ ਸ਼ਰੀਫ ਬੰਦਾ।
ਕਿ ਸ਼ਰੀਫ ਜ਼ਾਤ ਦਾ ਇਹ ਬੰਦਾ ਹੈ, ਕੋਈ ਰਜ਼ੀਲ ਨਹੀਂ ਹੈ। ਸੱਤੀ ਪੀੜ੍ਹੀਏ ਤਾਲੇ ਮੰਦ ਰਾਂਝਾ, ਸੱਤੀ ਪੀੜ੍ਹੀਏ ਤਾਲੇ ਮੰਦ ਰਾਂਝਾ, ਅਸਲ ਨਸਲ ਥੀ ਹਸਬ ਦਲੀਲ ਹੈ ਜੀ। ਸੱਤੀ ਪੀੜ੍ਹੀ, 7 ਪੀੜ੍ਹੀਆਂ ਦੀ ਗੱਲ, ਇਸ ਤੋਂ 7 ਪੁਸ਼ਤਾਂ ਜਿਸ ਨੂੰ ਆਖਦੇ ਨੇ, ਕਿ ਅਕਸਰ 7 ਪੁਸ਼ਤਾਂ ਤੱਕ ਹੀ ਲੋਕਾਂ ਨੂੰ ਪਤਾ ਹੁੰਦਾ ਹੈ ਪਿਛਲੀ ਆਪਣੀ ਕਹਾਣੀ ਦਾ, ਅਤੇ 7 ਪੀੜ੍ਹੀਆਂ ਤੋਂ ਜਿਹੜਾ ਲਗਾਤਾਰ ਇੱਕ ਹੀ ਹਾਲ ਵਿੱਚ, ਯਾਨੀ ਅਗਰ ਉਹ ਅੱਛਾ ਚੱਲ ਰਿਹਾ ਹੈ ਜਾਂ ਉਹ ਦੌਲਤਮੰਦ ਚੱਲ ਰਿਹਾ, ਅਤੇ 7 ਪੀੜ੍ਹੀਆਂ ਤੋਂ ਜਿਹੜਾ ਉਸ ਤੋਂ ਵੱਧ ਤੋਂ ਮੋਹਰ ਲੱਗ ਪੈਂਦੀ ਹੈ, ਕਿਉਂਕਿ ਨਸਲਾਂ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਹਾਲਾਤ ਉੱਤੇ ਥੱਲੇ। ਅਤੇ ਇਹ ਰਾਂਝਾ ਜਿਹੜਾ ਇਹ 7 ਪੀੜ੍ਹੀਆਂ ਤੋਂ ਤਾਲੇਮੰਦ ਹੈ, ਨਸੀਬਾਂ ਵਾਲਾ ਹੈ, ਖੁਸ਼ਕਿਸਮਤ ਹੈ, 7 ਪੀੜ੍ਹੀਆਂ ਤੋਂ। ਅਤੇ ਇਹਦੀ ਜ਼ਾਤ ਹੀ ਇਸ ਗੱਲ ਦੀ ਦਲੀਲ ਹੈ ਕਿ ਬਹੁਤ ਅੱਛਾ ਇਨਸਾਨ ਹੈ। ਵਾਰਿਸ ਸ਼ਾਹ ਵਿੱਚ ਮਜਲਸਾਂ ਸੁੰਧ ਆਈ, ਅਕਲ ਬਖਤ ਦੀ ਨਿਰੀ ਤਮਸੀਲ ਹੈ ਜੀ। ਨਿਰੀ ਤੋਂ ਮੁਰਾਦ ਕਿ ਬਿਲਕੁਲ ਇਹ ਅਕਲ ਤੇ ਬਖਤ ਤੇ ਕਿਸਮਤ ਦੀ ਮਿਸਾਲ ਹੈ ਬੰਦਾ। ਵਾਰਿਸ ਸ਼ਾਹ ਵਿੱਚ ਮਜਲਸਾਂ ਸੁੰਧ ਆਈ, ਕਿ ਮਜਲਸਾਂ ਵਿੱਚ ਬੈਠੋ ਆ ਇਹ ਸੋਹਣਾ ਲੱਗਦਾ ਹੈ। ਹੁਣ ਚੂਚਕ ਹੀਰ ਨੂੰ ਅਗਲੀ ਗੱਲ ਇਹ ਕਰਦਾ ਹੈ ਕਿ ਕਹਿ ਡੋਗਰਾਂ ਜੱਟਾਂ ਦੇ ਨਿਆਉ ਜਾਣੇ, ਪਰੇ ਵਿੱਚ ਵਲਾਵੜੇ ਲਾਇਆਂ ਦੇ। ਕਿ ਉਹ ਇਹ ਅਦਾ ਹੈ ਕਿ ਇਹ ਦੱਸ ਬਈ ਸਿਆਣਾ ਤੇ ਤੂੰ ਦੱਸਿਆ ਹੈ ਬਹੁਤ ਵੱਡਾ ਹੈ, ਇਹ ਐਡਾ ਸਿਆਣਾ ਹੈ ਕਿ ਇਹ ਜੱਟਾਂ ਤੇ ਡੋਗਰਿਆਂ ਦੀ ਪਰਾਂ ਦੇ ਨਿਆਂ ਜਾਣਦਾ, ਇਨਸਾਫ ਜਾਣਦਾ ਹੈ। ਜੱਟਾਂ ਡੋਗਰਾਂ ਤੋਂ ਮੁਰਾਦ ਇਹ ਹੈ ਕਿ ਇਹ ਸਖਤ ਮਿਜ਼ਾਜ ਲੋਕ ਹਨ। ਉਸ ਵੇਲੇ ਇਹਨਾਂ ਦੀ ਪਰਿਓਂ ਮੁਕਾਉਣੀ ਵੀ, ਅੱਜ ਵੀ ਤੇ ਉਸ ਵੇਲੇ ਵੀ, ਇਹਨਾਂ ਦੀ ਪਰਿਓਂ ਮੁਕਾਉਣੀ ਕੋਈ ਸੌਖੀ ਗੱਲ ਨਹੀਂ ਹੁੰਦੀ, ਕਿਉਂਕਿ ਆਪ ਤਾਕਤਵਰ ਵੀ ਹੁੰਦੇ ਨੇ, ਗੁੱਸੇ ਵਾਲੇ ਵੀ ਹੁੰਦੇ ਨੇ, ਅਤੇ ਕਈ ਵਾਰੀ ਇੰਝ ਹੁੰਦਾ ਹੈ ਕਿ ਇਹ ਆਪਸ ਵਿੱਚ ਆਪਣੀ ਪਰਿਓਂ ਛੱਡ ਕੇ, ਆਪਣਾ ਇਨਸਾਫ ਛੱਡ ਕੇ ਅਤੇ ਪਰਿਓਂ ਮੁਕਾਉਣ ਵਾਲੇ ਦੇ ਗਲ ਪੈ ਜਾਂਦੇ ਨੇ। ਯਾਨੀ ਜਿਹੜਾ ਇਨਸਾਫ ਪਿਆ ਕਰਦਾ ਹੁੰਦਾ ਉਹਨੇ ਢਾਹ ਲੈਂਦੇ ਨੇ ਕਿ ਇਹ ਡਾਢੇ ਬੰਦੇ ਹੁੰਦੇ ਨੇ। ਅਤੇ ਉਹ ਆਖਦਾ ਹੈ ਕਿ ਇਹਦੇ 'ਚ ਇਤਨੀ ਅਕਲ ਹੈ ਕਿ ਇਹੋ ਜਿਹਿਆਂ ਬੰਦਿਆਂ ਦੇ ਜਿਹੜੇ ਪਰੇ ਵਿੱਚ ਵਲਾਵੜੇ ਲਾਇਆਂ ਦੇ, ਵਲਾਵੜੇ ਹੁੰਦਾ ਕਿ ਗੱਲਾਂ ਨੂੰ ਹੇਰ ਫੇਰ ਕਰਨਾ, ਬਈ ਉਹ ਲੋਕ ਜਿਹੜੇ ਗੱਲਾਂ ਦੇ ਹੇਰ ਫੇਰ ਕਰ ਲੈਂਦੇ ਨੇ, ਸਿੱਧੀ ਗੱਲ ਨਹੀਂ ਕਰਦੇ, ਇਹੋ ਜਿਹਿਆਂ ਬੰਦਿਆਂ ਦਾ ਇਨਸਾਫ ਇਹ ਕਰ ਸਕਦਾ ਹੈ। ਇਤਨਾ ਸਿਆਣਾ ਇਹ ਹੈ। ਪਾੜ ਚੀਰ ਕਰ ਜਾਣਦਾ ਕੱਢ ਦੇਸੋਂ, ਪਾੜ ਚੀਰ ਕਰ ਜਾਣਦਾ ਕੱਢ ਦੇਸੋਂ, ਲੜਿਆ ਕਾਸ ਨੂੰ ਨਾਲ ਇਹ ਭਾਈਆਂ ਦੇ। ਉਹ ਚੂਚਕ ਕਰਦਾ ਪਾੜ ਚੀਰ ਕਰ ਜਾਣਨਾ ਦਾ ਮਤਲਬ ਇਹ ਹੁੰਦਾ ਕਿ ਗੱਲ ਦੀ ਤਹਿ ਤੱਕ ਪਹੁੰਚ ਜਾਣਾ, ਚੀਰ ਕੇ ਪਾੜ ਕੇ ਉਹਦੇ ਅੰਦਰ ਦੀ ਗੱਲ ਵੇਖ ਲੈਣੀ, ਬਈ ਇਹ ਹਰ ਗੱਲ ਜਾਣਦਾ ਹੈ, ਹਰ ਗੱਲ ਕੰਮ ਕਰਦਾ ਹੈ। ਅਤੇ ਪਰ ਮੈਨੇ ਇਹ ਦੱਸ ਬਈ ਐਡਾ ਸਿਆਣਾ ਬੰਦਾ, ਐਡਾ ਅਕਲਮੰਦ ਬੰਦਾ ਭਰਾਵਾਂ ਨਾਲ ਕਿਉਂ ਲੜਿਆ ਹੈ? ਹੀਰੇ ਬਸ ਨਾ ਇਸ ਤੋਂ ਨਫਾ ਕੋਈ, ਹੀਰੇ ਬਸ ਨਾ ਇਸ ਤੋਂ ਨਫਾ ਕੋਈ, ਜਿਸ ਵੈਰ ਪਾਇਆ ਨਾਲ ਭਾਈਆਂ ਦੇ। ਉਹ ਆਦਾ ਹੈ ਕਿ ਜਿਸ ਭਰਾਵਾਂ ਨਾਲ ਲੜਾਈ ਕਰ ਲਈ, ਜਿਹੜਾ ਸਕਿਆਂ ਭਰਾਵਾਂ ਦਾ ਨਹੀਂ ਰਿਹਾ, ਉਹ ਸਾਡਾ ਕਿੱਥੋਂ ਬਣਨਾ ਹੈ? ਅਤੇ ਮੈਂ ਤਾਂ ਤੈਨੂੰ ਆਖਦਾ ਵੀ ਇਹਦੇ ਵਿੱਚੋਂ ਕੋਈ ਸਾਨੂੰ ਫਾਇਦਾ ਨਹੀਂ ਹੋਣਾ। ਜਿਹੜਾ ਭਰਾਵਾਂ ਨਾਲ ਲੜਿਆ ਆ, ਅਸੀਂ ਕੀ ਸ਼ਈਆਂ? ਇਸ ਲੜਕੇ ਦੀ ਅਕਲ ਹੈ ਬਹੁਤ ਚੰਗੀ, ਇਸ ਲੜਕੇ ਦੀ ਅਕਲ ਹੈ ਬਹੁਤ ਚੰਗੀ, ਕਾਹਨੂੰ ਛੱਡ ਆਇਆ ਵੱਗ ਗਾਈਆਂ ਦੇ। ਵੱਗ ਹੁੰਦਾ ਹੈ ਕਿ ਬੜੇ ਵੱਡੇ ਛੇੜ, ਬੜੇ ਵੱਡੇ ਇੱਜੜ, ਬਈ ਇਹਦੀ ਏਡੀ ਅਕਲ ਹੈ, ਇਤਨਾ ਇਹ ਸਿਆਣਾ ਹੈ, ਅਤੇ ਤੂੰ ਆਖਦੀ ਹੈ ਕਿ ਇਸ ਤੋਂ ਸਿਆਣਾ ਕੋਈ ਹੈ ਨਹੀਂ। ਪਰ ਐਡਾ ਸਿਆਣਾ ਹੋ ਕੇ ਤੇ ਆਪਣੇ ਵੱਗ ਗਾਈਆਂ ਦੇ ਕਿਉਂ ਛੱਡ ਆਇਆ ਹੈ? ਉਹ ਮੌਜਾਂ ਕਿਉਂ ਛੱਡ ਆਇਆ? ਹਰ ਸ਼ੈ ਜੀ ਦੇ ਕੋਲ ਹੈ ਹੀ ਉੱਥੇ, ਅਤੇ ਅਕਲਮੰਦ ਵੀ ਇਹ ਹੈ ਹੀ, ਇਸ ਕਿਉਂ ਛੱਡਿਆ? ਕਿਸ ਗੱਲ ਤੋਂ ਰੁੱਸ ਕੇ ਉੱਠ ਆਇਆ, ਅੜਿਆ ਕਾਸ ਨੂੰ ਨਾਲ ਭਰਜਾਈਆਂ ਦੇ। ਕਿਸ ਅੜੇਕਾ ਕਿਉਂ ਲਾਇਆ ਆਪਣੀਆਂ ਭਰਜਾਈਆਂ ਨਾਲ? ਕਿਹੜੀ ਗੱਲ ਤੋਂ ਇਹ ਰੁੱਸ ਕੇ ਆਇਆ? ਸਿਆਣਾ ਵੀ ਹੈ, ਸੋਹਣਾ ਵੀ ਹੈ, ਅਕਲਮੰਦ ਵੀ ਹੈ, ਇਹ ਕਿਹੜੀ ਐਸੀ ਉਹ ਵਿਚਲੀ ਗੱਲ ਮੈਨੂੰ ਦੱਸ ਜਿਸ ਗੱਲ ਦੇ ਪਿੱਛੇ ਇਹ ਸਾਰਾ ਕੁਝ ਇਸ ਕੀਤਾ ਹੈ। ਵਾਰਿਸ ਸ਼ਾਹ ਦਾ ਨਾਂ ਇਹ ਬਹੁਤ ਦਿਸਦਾ, ਕਿੱਸੇ ਜੋੜਦਾ ਗੱਲਾਂ ਸੁਣਾਈਆਂ ਦੇ। ਪਰ ਮੈਨੂੰ ਲੱਗਦਾ ਹੈ ਇਹ ਸਿਆਣਾ ਵਾਕਈ ਹੈ। ਹੁਣ ਇਹ ਜਿਹੜੀਆਂ ਗੱਲਾਂ ਇਹ ਤੂੰ ਸੁਣਾ ਰਹੀ ਹੈ, ਇਹ ਵੀ ਤੈਨੂੰ ਇਸ ਆਪਣੀ ਅਕਲ ਨਾਲ ਘੜ ਕੇ ਸੁਣਾਈਆਂ ਨੇ, ਕਿਉਂਕਿ ਸਿਆਣਾ ਗੱਲਾਂ ਬਣਾ ਲੈਂਦਾ ਹੈ। ਅਤੇ ਜਿਹੜੇ ਕਿੱਸੇ ਹੁਣ ਮੈਂ ਤੇਰੀ ਜ਼ੁਬਾਨੀ ਸੁਣਦਾ ਪਿਆ, ਇਹ ਕਿੱਸੇ ਵੀ ਸਾਰੇ ਇਸ ਜੋੜੇ ਨੇ। ਹੀਰ ਹੁਣ ਉਸ ਨੂੰ ਅੱਗੋਂ ਆਪਣੇ ਪਿਓ ਨਾਲ ਦੀਏ ਕਿ ਲਾਈ ਹੋਈ ਕੇ ਮਾਮਲੇ ਦੱਸ ਦਿੰਦਾ, ਲਾਈ ਹੋਈ ਕੇ ਮਾਮਲੇ ਦੱਸ ਦਿੰਦਾ, ਮੁਨਸਫ ਹੋ ਵੱਡੇ ਫਾਏ ਫੇੜਿਆਂ ਦੇ। ਫਾਏ ਮੁਸ਼ਕਿਲ ਮੁਸੀਬਤ, ਲਾਈ ਹੁੰਦਾ ਹੈ ਜਿਹੜਾ ਮੁਨਸਫ ਹੁੰਦਾ ਹੈ, ਇਹ ਪਰਿਓਂ ਦਾ ਪੰਚਾਇਤ ਦਾ ਸਰਦਾਰ ਹੋ ਕੇ ਮੁਨਸਫ ਬਣ ਕੇ ਸਾਰੇ ਮਾਮਲੇ ਹੱਲ ਕਰ ਦਿੰਦਾ ਹੈ। ਅਤੇ ਵੱਡੀਆਂ ਭੀੜਾਂ, ਝਗੜਿਆਂ, ਮੁਸ਼ਕਿਲਾਂ ਵਿੱਚ ਇਹ ਇਨਸਾਫ ਕਰਦਾ ਹੈ। ਵਾਹੋਂ ਕੱਢ ਕੇ ਕੰਢੇ ਦੇ ਪਾਰ ਲਾਏ, ਵਾਹੋਂ ਕੱਢ ਕੇ
ਕੰਢੇ ਦੇ ਪਾਰ ਲਾਏ, ਸੱਥੋਂ ਕੱਢ ਦਿੰਦਾ ਖੋਜ ਛੇੜਿਆਂ ਦੇ। ਕਿ ਵਾਹੋਂ ਕੱਢ ਕੇ ਕੰਢੇ ਦੇ ਵਾਹ ਜਿਹੜਾ ਦਰਿਆ ਦਾ ਇੱਕ ਲੜਾ ਹੁੰਦਾ ਹੈ, ਦਰਿਆ ਹੀ ਆਖ ਲਓ ਕਿ ਦਰਿਆ ਵਿੱਚੋਂ ਕੱਢ ਕੇ ਮੱਝਾਂ ਨੂੰ ਪਾਰ ਕੰਢੇ 'ਤੇ ਕਿਨਾਰੇ 'ਤੇ ਲਾ ਦਿੰਦਾ ਹੈ। ਸੱਥੋਂ ਕੱਢ ਦਿੰਦਾ ਖੋਜ ਛੇੜਿਆਂ ਦੇ। ਸੱਥ ਹੁੰਦੀ ਏ ਜਿੱਥੇ ਬਹਿ ਕੇ ਪਰਿਆਂ ਬੰਦੀ ਏ, ਇਨਸਾਫ ਹੁੰਦਾ ਹੈ, ਜਾਂ ਬੈਠਕ ਜਾਂ ਲੋਕਾਂ ਦੇ ਇਕੱਠੇ ਬਹਿਣ ਦੀ ਜਾ ਜਿਹੜੀ ਹੁੰਦੀ ਏ ਉਸ ਨੂੰ ਸੱਥ ਆਖਦੇ ਨੇ। ਕਿ ਸੱਥ ਵਿੱਚ ਬਹਿ ਕੇ ਛੇੜੇ ਜਿਹੜੇ ਇਹ ਮੱਝਾਂ ਛਿੜੀਆਂ ਹੁੰਦੀਆਂ, ਜੇ ਕੋਈ ਸੱਜੇ ਖੱਬੇ ਹੋ ਜਾਵੇ, ਕੋਈ ਗਵਾਚ ਜਾਵੇ ਤੇ ਇਹ ਸੱਥ ਵਿੱਚ ਬੈਠਾ ਬਿਠਾਇਆ ਉਹਦਾ ਖੋਜ ਲਾ ਲੈਂਦਾ ਹੈ, ਯਾਨੀ ਬੈਠਕ ਵਿੱਚ ਬਹਿ ਕੇ ਹੀ ਉਸ ਦੀ ਇਹ ਤਲਾਸ਼ ਕਰ ਲੈਂਦਾ ਹੈ। ਮੋਰ ਮੋਰ ਦੀ ਧਾਰ ਦਿਵਾਉਂਦਾ ਏ, ਠੰਡ ਪਾਉਂਦਾ ਵਿੱਚ ਬਖੇੜਿਆਂ ਦੇ। ਮੋਰ ਮੋਰ, ਮੋਰ ਪੈਸੇ ਆਖਦੇ ਨੇ, ਰੁਪਏ ਪੈਸੇ। ਮੋਰ ਮੋਰ ਤੋਂ ਮੁਰਾਦ ਇਹ ਹੁੰਦਾ ਮੁਹਾਵਰਤ ਹਨ ਕਿ ਲੱਖ ਲੱਖ ਦੀ, ਲੱਖ ਲੱਖ ਰੁਪਏ ਦੀ ਮੱਝ ਦੀ ਇੱਕ ਧਾਰ ਇਹ ਕੱਢਦਾ ਹੈ। ਠੰਡ ਪਾਉਂਦਾ ਵਿੱਚ ਬਖੇੜਿਆਂ ਦੇ। ਬਖੇੜੇ ਝਗੜੇ ਖਰਾਬੀਆਂ। ਠੰਡ ਪਾਉਣਾ ਤੋਂ ਮੁਰਾਦ ਹੁੰਦਾ ਹੈ ਕਿ ਮੁਨਸਫ ਹੋ ਕੇ ਇਨਸਾਫ ਕਰਕੇ ਮਸਲੇ ਨੂੰ ਖ਼ਤਮ ਕਰ ਦੇਣਾ। ਠੰਡ ਪਾਉਣਾ ਅਮਨ ਹੋ ਜਾਣਾ, ਸਕੂਨ ਕਰ ਦੇਣਾ, ਕਿ ਵੱਡਿਆਂ ਵੱਡਿਆਂ ਝਗੜਿਆਂ ਨੂੰ ਖ਼ਤਮ ਕਰਕੇ ਤੇ ਇਹ ਇਲਾਕੇ ਵਿੱਚ ਦੇਸ਼ ਵਿੱਚ ਅਮਨ ਕਰਾ ਦਿੰਦਾ ਹੈ। ਸੱਬਾ ਰਹੀ ਰਵੰਨੀ ਨੂੰ ਸਾਂਭ ਲਿਆਵੇ, ਅੱਖੀ ਵਿੱਚ ਰੱਖੇ ਵਾਂਗ ਧੀਰੀਆਂ ਦੇ। ਕਿ ਜਿਹੜੀ ਪਿੱਛੇ ਕੋਈ ਮੱਝ ਰਹਿ ਜਾਂਦੀ ਝਾੜੀਆਂ ਵਿੱਚ, ਜੰਗਲ ਵਿੱਚ, ਬੇਲੇ 'ਚ ਕੋਈ ਨਾ ਕੋਈ ਗਵਾਚ ਵੀ ਵਹਿੰਦੀ ਹੈ ਤੇ ਸਾਰੀਆਂ ਨੇ ਸਾਂਭ ਕੇ ਘਰ ਲੈ ਆਉਂਦਾ ਹੈ। ਆਪਣੇ ਸਾਰੇ ਡੰਗਰਾਂ ਆਪਣੀ ਅੱਖ ਦੀ ਧੀਰੀ ਵਾਂਗ ਰੱਖਦਾ ਹੈ, ਜਿਵੇਂ ਅੱਖ ਦੀ ਪੁਤਲੀ ਹੁੰਦੀ ਹੈ ਇੰਝ ਅੱਖ ਵਿੱਚ ਰੱਖਦਾ ਹੈ। ਸਿਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਸਿਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ। ਜਿੱਥੇ ਨਿੱਤ ਪਾਉਂਦੇ ਲੱਖ ਭੇੜਿਆਂ ਦੇ। ਭੇੜਿਆਂ ਤੋਂ ਮੁਰਾਦ ਹੁੰਦਾ ਹੀ ਹੈ ਕਿ ਬਲਾਵੜੇ ਜਾਂ ਜਿਹੜਾ ਇੱਕ ਚੋਰ ਜਿਹੜੇ ਨੇ ਘੇਰਾ ਪਾਉਂਦੇ ਨੇ। ਕਿ ਸਿਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਕਿ ਜਿੱਥੇ ਮੱਝਾਂ ਡਾਕੂ ਚੋਰ ਲੁਕਦੇ ਨੇ, ਉਹਨਾਂ ਨੂੰ ਪਾਉਂਦੇ ਨੇ, ਘੇਰੇ ਪਾ ਲੈਂਦੇ ਨੇ, ਉੱਥੇ ਏਡਾ ਬਹਾਦਰ ਹੈ ਕਿ 100 ਜਵਾਨ ਤੋਂ ਉੱਤੇ ਇੱਕ ਇਕੱਲਾ ਕਾਫੀ ਹੈ। ਉਹਨਾਂ ਚੋਰਾਂ, ਉਹਨਾਂ ਡਾਕੂਆਂ ਨਾਲ ਨਿਬੜਨ ਵਾਸਤੇ ਇਹ ਇਕੱਲਾ ਹੀ ਕਾਫੀ ਹੈ। ਇਹ ਜਿਹੜੀਆਂ ਮੱਝਾਂ, ਇਹਨਾਂ ਮੱਝਾਂ ਦੀ ਰਾਖੀ ਇਸ ਤੋਂ ਉੱਤੇ ਕੋਈ ਨਹੀਂ ਕਰ ਸਕਦਾ। ਵਿੱਚ ਮਾਲ ਦੇ ਰਹੇ ਦਲੇਰ ਖੜਾ, ਪਹਿਲਵਾਨ ਜਿਉਂ ਵਿੱਚ ਅਖੇੜਿਆਂ ਦੇ। ਬਈ ਇੰਝ ਬਹਾਦਰ ਦਲੇਰ ਹੋ ਕੇ ਆਪਣੇ ਡੰਗਰਾਂ 'ਚ ਖਲੋਂਦਾ ਹੈ ਕਿ ਜਿਵੇਂ ਕੋਈ ਅਖਾੜੇ ਵਿੱਚ ਪਹਿਲਵਾਨ ਖਲੋਤਾ ਹੋਵੇ। ਵਿੱਚ ਕੰਮ ਦੇ ਬਹੁਤ ਹੁਸ਼ਿਆਰ ਰਹਿੰਦਾ, ਵਿੱਚ ਕੰਮ ਦੇ ਬਹੁਤ ਹੁਸ਼ਿਆਰ ਰਹਿੰਦਾ। ਅੱਖੀਂ ਮੀਟਦਾ ਨਾ ਵਾਂਗ ਹੇੜਿਆਂ ਦੇ। ਹੇੜੇ ਹੁੰਦੇ ਨੇ ਖੁਸਰੇ, ਖਾਜਾ ਸਰਾ। ਕਿ ਇਹ ਖੁਸਰਿਆਰ ਅੱਖੀਂ ਨੂਟ ਕੇ ਨਹੀਂ, ਇਹ ਤੇ ਆਪਣੇ ਮਾਲ ਵਿੱਚ ਬੜਾ ਹੁਸ਼ਿਆਰ ਤੇ ਅੱਖਾਂ ਖੋਲ ਕੇ ਰਹਿੰਦਾ ਹੈ। ਉਹਦਾ ਪਿਓ ਹੁਣ ਹੀਰ ਨੂੰ ਆਖਦਾ ਹੈ, ਹੁਣ ਖੁਸ਼ੀ ਦੇ ਨਾਲ ਤੂੰ ਅੱਖ ਨਹੀਂ ਏ, ਹੁਣ ਖੁਸ਼ੀ ਦੇ ਨਾਲ ਤੂੰ ਅੱਖ ਨਹੀਂ ਏ। ਅੰਤ ਵੇਖਸੇ ਸਾਖ ਸਹੇੜਿਆਂ ਦੇ। ਹੁਣ ਤੂੰ ਬੜੀ ਖੁਸ਼ ਹੈ, ਇਹਦੀਆਂ ਗੱਲਾਂ ਵਿੱਚ ਆ ਗਈ ਹੈ ਨਾ, ਬੜੀ ਢਾਢ ਹੈ ਤੂੰ ਹੁਣ ਤੇ ਆਦੀਆਂ ਇੰਝ ਵੀ ਹੋ ਜਾਏਗਾ, ਉਂਝ ਵੀ ਹੋ ਜਾਏਗਾ, ਇਹ ਵੀ ਹੋ ਜਾਏਗਾ, ਉਹ ਵੀ ਹੋ ਜਾਏਗਾ। ਅੰਤ ਵੇਖਸੇ, ਅਖੀਰ ਵੇਖਸੇ ਸਾਕ ਸਹੇੜਿਆਂ ਦੇ। ਜਿਹੜਾ ਸਾਕ ਤੂੰ ਬਣਾਇਆ ਨਾ ਨਵਾਂ, ਇਸ ਸਾਕ ਬਣਾਉਣ ਦਾ ਸਵਾਦ ਤਨ ਆਖਰ 'ਚ ਉਹ ਸੀ, ਤੂੰ ਇਹਦਾ ਅਖੀਰ ਵੇਖਸੇ ਤੇ ਤੇਰੀ ਅਕਲ ਠਿਕਾਣੇ ਉਹ ਸੀ। ਉਹ ਆਖਦੀ ਏ ਕਿ ਵਾਰਿਸ ਸ਼ਾਹ ਹੈ ਸ਼ੇਰ ਜਵਾਨ ਰਾਂਝਾ, ਵਾਰਿਸ ਸ਼ਾਹ ਹੈ ਸ਼ੇਰ ਜਵਾਨ ਰਾਂਝਾ। ਪਿੱਛੇ ਪਾਉਂਦਾ ਧਾੜਿਆਂ ਪੇੜਿਆਂ ਦੇ। ਕਿ ਇਹ ਸ਼ੇਰ ਬਹਾਦਰ ਰਾਂਝਾ ਹੈ, ਇਹ ਕੋਈ ਆਮ ਨਹੀਂ ਹੈ। ਪਿੱਛੇ ਪਾਉਂਦਾ ਧਾੜਿਆਂ, ਧਾੜੇ ਜਿਹੜੇ ਧਾੜਵੀ ਲੁਟੇਰੇ ਜਿੱਥੇ ਪਾਉਂਦੇ ਨੇ, ਇਹ ਉਹਨਾਂ ਦੇ ਪਿੱਛੇ ਜਾਂਦਾ ਹੈ, ਇਹ ਖੜਾ ਨਹੀਂ ਰਹਿੰਦਾ। ਇਹ ਬੜਾ ਦਲੇਰ ਤੇ ਬੜਾ ਬਹਾਦਰ ਗੱਭਰੂ ਹੈ, ਇਹਦੇ ਜਿਹਾ ਹੋਰ ਕੋਈ ਨਹੀਂ ਲੱਭਣਾ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।